Good morning, students. Today's topic Newton's laws of motion. न्यूटन ਦੇ ਦੁਆਰਾ ਦਿੱਤੇ ਗਏ ਜੋ ਮੋਸ਼ਨ ਦੇ ਲਾਜ਼ ਨੇ ਆਪਾਂ ਅੱਜ ਉਹਨਾਂ ਨੂੰ ਡਿਸਕਸ ਕਰਨਾਗਾ। ਤਾਂ ਤਿੰਨ ਤਰ੍ਹਾਂ ਦੇ ਜਿਹੜੇ ਨਿਊਟਨ ਦੇ ਆਪਣੇ ਕੋਲ ਲਾਅ ਨੇ, ਫਸਟ ਲਾਅ ਆਫ ਮੋਸ਼ਨ ਐਂਡ ਸੈਕੰਡ ਲਾਅ ਆਫ ਮੋਸ਼ਨ ਐਂਡ ਥਰਡ ਲਾਅ ਆਫ ਮੋਸ਼ਨ। ਇਹਨਾਂ ਲਾਜ਼ ਆਫ ਮੋਸ਼ਨ ਨੂੰ ਕਰਨ ਤੋਂ ਪਹਿਲਾਂ ਆਪਾਂ ਨੂੰ ਜੋ ਕੁਛ ਇਸ ਤੋਂ ਪਹਿਲਾਂ ਕੁਛ ਦੋ ਟਰਮਸ ਨੇ ਜਿਹੜੀਆਂ ਆਪਾਂ ਨੂੰ ਸਿੱਖਣੀਆਂ ਪੈਣਗੀਆਂ, ਜਿਨ੍ਹਾਂ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। ਪਹਿਲਾਂ ਆਪਾਂ ਉਹਨਾਂ ਦੋ ਟਰਮਸ ਬਾਰੇ ਡਿਸਕਸ ਕਰਾਂਗੇ ਐਂਡ ਦੈਨ ਨਿਊਟਨਸ ਦੇ ਲਾਅ ਨੂੰ ਆਪਾਂ ਡਿਸਕਸ ਕਰਨਾਗਾ। ਤਾਂ ਕਿਹੜੀਆਂ ਉਹ ਦੋ ਟਰਮਸ ਨੇ? ਆਪਾਂ ਪਹਿਲਾਂ ਨਿਊਟਨਸ ਦੇ ਲਾਅ ਪੜ੍ਹਨ ਤੋਂ ਪਹਿਲਾਂ ਜਿਹੜੀਆਂ ਆਪਾਂ ਦੋ ਟਰਮਸ ਪੜ੍ਹਨੀਆਂ ਨੇ, ਇਹਨਾਂ ਦੇ ਵਿੱਚੋਂ ਫਸਟ ਆਪਣੇ ਕੋਲੇ ਇਨਰਸ਼ੀਆ ਐਂਡ ਸੈਕਿੰਡ ਜੋ ਆਪਣੇ ਕੋਲੇ ਟਰਮ ਆ ਉਹ ਆਪਣੇ ਕੋਲੇ ਮੋਮੈਂਟਮ। ਇਨਰਸ਼ੀਆ ਐਂਡ ਮੋਮੈਂਟਮ ਦੋ ਟਰਮਸ ਨੇ ਜਿਹੜੀਆਂ ਆਪਾਂ ਰੀਡ ਕਰਾਂਗੇ। ਤਾਂ ਫਸਟ ਆਫ ਆਲ ਇਨਰਸ਼ੀਆ ਕੀ ਹੁੰਦਾ, ਇਨਰਸ਼ੀਆ ਦੇ ਬਾਰੇ ਆਪਾਂ ਗੱਲ ਕਰਾਂਗੇ। ਵਾਟ ਇਜ਼ ਇਨਰਸ਼ੀਆ? ਦੇਖੋ ਐਗਜ਼ਾਮਪਲ ਦੇ ਥਰੂ ਕਰਾਂਗੇ ਆਪਾਂ ਇਹ। ਇਨਰਸ਼ੀਆ ਕਿਸੇ ਵੀ ਬੋਡੀ ਦੀ ਇੱਕ ਇਨਹੈਰੀਟੈਂਟ ਪ੍ਰੋਪਰਟੀ ਹੁੰਦੀ ਆ, ਜਾਂ ਇੱਦਾਂ ਕਹਿ ਸਕਦੇ ਹਾਂ ਕਿਸੇ ਬੋਡੀ ਕੋਲ ਇਹ ਨੈਚੁਰਲੀ ਅਕਰਿੰਗ ਇੱਕ ਪ੍ਰੋਪਰਟੀ ਹੁੰਦੀ ਆ ਵੀ ਕੋਈ ਵੀ ਬੋਡੀ ਜੋ ਆਪਣੀ ਸਟੇਟ ਚੇਂਜ ਹੋਣ ਨੂੰ ਰਜਿਸਟ ਕਰਦੀ ਆ। ਆਪਾਂ ਜੇ ਇਸ ਨੂੰ ਸਮਝੀਏ ਤਾਂ ਕਿੱਦਾਂ ਕਹਿ ਸਕਦਾ? ਫੋਰ ਐਗਜ਼ਾਮਪਲ ਆ ਮੇਰੇ ਕੋਲ ਪੈਨ ਪਿਆ ਇਸ ਜਗ੍ਹਾ ਦੇ ਉੱਪਰ, ਹੈ ਨਾ। ਜੇ ਇਸ ਪੈਨ ਨੂੰ ਮੈਂ ਇੱਥੇ ਰੱਖਦਾ ਅਤੇ ਇਸ ਪੈਨ ਨੂੰ ਮੈਂ ਟੱਚ ਨਾ ਕਰਾਂ, ਇਸ 'ਤੇ ਕੋਈ ਫੋਰਸ ਨਾ ਲਗਾਵਾਂ, ਅਤੇ ਕੱਲ੍ਹ ਨੂੰ ਪਰਸੋਂ ਜਿੰਨੇ ਦਿਨਾਂ ਬਾਅਦ ਇਸ ਨੂੰ ਮੈਂ ਦੇਖਾਂਗਾ ਤਾਂ ਇਹ ਪੈਨ ਇੱਥੇ ਹੀ ਪਿਆ ਰਹੂਗਾ, ਇਹ ਪੈਨ ਮੂਵ ਨਹੀਂ ਕਰੂਗਾ। ਜਾਂ ਆਪਣੇ ਘਰਾਂ ਦੇ ਵਿੱਚ ਦੇਖੋ, ਜੇ ਇਸ 'ਤੇ ਮੈਂ ਫੋਰਸ ਲਗਾਊਂ ਫਿਰ ਤਾਂ ਮੂਵ ਕਰੂਗਾ। ਜਾਂ ਆਪਣੇ ਘਰ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਓਬਜੈਕਟ ਪਏ ਨੇ, ਬਹੁਤ ਸਾਰੀਆਂ ਵਸਤੂਆਂ ਪਈਆਂ ਨੇ, ਹੈ ਨਾ, ਤਾਂ ਜਿੱਥੇ ਪਈਆਂ ਨੇ ਉੱਥੇ ਹੀ ਪਈਆਂ ਰਹਿਣਗੀਆਂ। ਕਿੰਨਾ ਟਾਈਮ ਉਹ ਮੂਵ ਨਹੀਂ ਕਰਨਗੇ? ਉਨਾ ਟਾਈਮ ਮੂਵ ਨਹੀਂ ਕਰਨਗੇ ਜਿੰਨਾ ਟਾਈਮ ਆਪਾਂ ਉਸ 'ਤੇ ਕੋਈ ਫੋਰਸ ਨਹੀਂ ਲਗਾਵਾਂਗੇ। ਤਾਂ ਫਿਰ ਇੱਦਾਂ ਕਿਉਂ ਨਹੀਂ ਹੁੰਦਾ ਬਈ? ਜਿਵੇਂ ਮੈਂ ਪੈਨ ਇੱਥੇ ਰੱਖਦਾ, ਇਹ ਆਪਣੇ ਆਪ ਮੂਵ ਕਰਕੇ ਇਸ ਜਗ੍ਹਾ 'ਤੇ ਕਿਉਂ ਨਹੀਂ ਆਇਆ? ਮੈਨੂੰ ਇਸ 'ਤੇ ਫੋਰਸ ਲਗਾਉਣ ਦੀ ਕੀ ਜ਼ਰੂਰਤ ਪਈ? ਆਪਣੇ ਆਪ ਕਿਉਂ ਨਹੀਂ ਆਇਆ ਇੱਥੇ? ਇੱਦਾਂ ਦਾ ਕਿਹੜਾ ਹੈ? ਇੱਦਾਂ ਦੀ ਇਸ ਕੋਲ ਕੀ ਪ੍ਰੋਪਰਟੀ ਹੈ ਜੋ ਇਸ ਨੂੰ ਇੱਥੇ ਹੀ ਬਿਠਾਈ ਬੈਠੀ ਹੈ, ਜੋ ਇਸ ਨੂੰ ਇੱਥੇ ਹੀ ਬੰਨ੍ਹ ਕੇ ਰੱਖ ਰਹੀ ਹੈ, ਹੈ ਨਾ? ਤਾਂ ਦੈਟ ਇਜ਼ ਇਨਰਸ਼ੀਆ। ਇਨਰਸ਼ੀਆ ਅਸਲ ਵਿੱਚ ਬੋਡੀ ਦੇ ਮਾਸ ਦੇ ਨਾਲ ਰਿਲੇਟਡ ਹੁੰਦਾ, ਵੀ ਬੋਡੀ ਦੇ ਵਿੱਚ ਕਿੰਨਾ ਕੁ ਮਾਸ ਪ੍ਰੈਜੈਂਟ ਆ, ਠੀਕ ਹੈ ਨਾ। ਮਾਸ ਅਤੇ ਇਨਰਸ਼ੀਆ ਇੱਕ ਦੂਸਰੇ ਨੂੰ ਮੈਜ਼ਰ ਕਰਦੇ ਨੇ, ਵੀ ਜਿੰਨਾ ਜ਼ਿਆਦਾ ਮਾਸ ਓਨਾ ਜ਼ਿਆਦਾ ਇਨਰਸ਼ੀਆ ਹੁੰਦਾ ਗਾ ਕਿਸੇ ਬੋਡੀ ਦਾ। ਤਾਂ ਇਨਰਸ਼ੀਆ ਹੁੰਦਾ ਵੀ ਬਈ ਬੋਡੀ ਆਪਣੀ ਸਟੇਟ ਨੂੰ ਚੇਂਜ ਹੋਣ ਤੋਂ ਰੋਕਦੀ ਆ। ਹੁਣ ਇਹ ਰੈਸਟ ਸਟੇਟ ਦੇ ਵਿੱਚ ਆ, ਬਟ ਜੇ ਇਸ ਨੂੰ ਮੈਂ ਮੂਵ ਕਰਵਾਉਣਾ ਚਾਹੁੰਦਾ, ਲਾਈਕ ਮੋਸ਼ਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਤਾਂ ਮੈਨੂੰ ਇਸ 'ਤੇ ਫੋਰਸ ਲਗਾਉਣੀ ਪਊਗੀ। ਆਪਣੇ ਆਪ ਇਹ ਮੋਸ਼ਨ ਦੇ ਵਿੱਚ ਨਹੀਂ ਆਊਗਾ, ਕਿਉਂਕਿ ਇਸ ਕੋਲ ਇੱਕ ਪ੍ਰੋਪਰਟੀ ਹੈ ਜਿਸ ਨੂੰ ਮੈਂ ਇਨਰਸ਼ੀਆ ਬੋਲਦਾ ਗਾ, ਦਾ ਇਨਰਸ਼ੀਆ ਆਫ ਦਾ ਆਬਜੈਕਟ, ਜੋ ਇਸ ਨੂੰ ਇਸਦੀ ਸਟੇਟ ਚੇਂਜ ਹੋਣ ਨਹੀਂ ਦੇ ਰਿਹਾ। ਤਾਂ ਮੀਨਜ਼ ਸਟੇਟ ਚੇਂਜ ਹੋਣ ਨੂੰ ਜੋ ਆਪਾਂ ਕਹਿ ਸਕਦੇ ਹਾਂ ਵੀ ਰਜਿਸਟ ਕਰਦਾ ਗਾ, ਵੀ ਬਈ ਮੇਰੀ ਸਟੇਟ ਚੇਂਜ ਨਾ ਹੋਵੇ। ਉਸ ਪ੍ਰੋਪਰਟੀ ਨੂੰ ਆਪਾਂ ਆਬਜੈਕਟ ਦਾ ਇਨਰਸ਼ੀਆ ਬੋਲਦੇ ਹਾਂ, ਠੀਕ ਆ ਨਾ। ਤਾਂ ਹੁਣ ਫੋਰ ਐਗਜ਼ਾਮਪਲ ਇੱਕ ਬੱਸ ਆ ਆਪਣੇ ਕੋਲੇ ਅਤੇ ਇੱਕ ਆਪਣੇ ਕੋਲੇ ਸਾਈਕਲ ਆ, ਅਤੇ ਮੈਂ ਤੁਹਾਨੂੰ ਦੋਨੇ ਰੈਸਟ 'ਤੇ ਖੜ੍ਹੇ ਨੇ, ਹੈ ਨਾ, ਅਤੇ ਮੈਂ ਕਹਾਂ ਵੀ ਦੋਨਾਂ ਨੂੰ ਧੱਕਾ ਮਾਰ ਕੇ ਚਲਾਓ, ਤਾਂ ਆਪਾਂ ਕਿਸ ਚੀਜ਼ ਨੂੰ ਪੁਸ਼ ਕਰਕੇ ਜਿਹੜਾ ਆਪਾਂ ਉਸ ਨੂੰ ਮੂਵ ਕਰਵਾ ਸਕਦੇ ਹਾਂ? ਤਾਂ ਤੁਹਾਡਾ ਆਨਸਰ ਹੋਊਗਾ ਬਈ ਸਾਈਕਲ ਨੂੰ। ਕਾਰਨ ਕੀ ਆ? ਦੇਖੋ ਸਾਈਕਲ ਕੋਲੇ ਵੀ ਇਨਰਸ਼ੀਆ ਹੈਗਾ ਅਤੇ ਬੱਸ ਕੋਲੇ ਵੀ ਇਨਰਸ਼ੀਆ ਹੈਗਾ। ਅੱਛਾ, ਦੋਨੇ ਰੈਸਟ ਸਟੇਟ 'ਤੇ ਖੜ੍ਹੇ ਨੇ, ਦੋਨੇ ਰੁਕੇ ਹੋਏ ਨੇ, ਤਾਂ ਉਹਨਾਂ ਦਾ ਇਨਰਸ਼ੀਆ ਉਹਨਾਂ ਨੂੰ ਅਲਾਓ ਨਹੀਂ ਕਰੂਗਾ ਵੀ ਬਾਈ ਤੁਸੀਂ ਆਪਣੀ ਰੈਸਟ ਸਟੇਟ ਨੂੰ ਚੇਂਜ ਕਰੋ, ਤੁਸੀਂ ਮੋਸ਼ਨ ਦੇ ਵਿੱਚ ਜਾਓ, ਉਸ ਨੂੰ ਅਲਾਓ ਨਹੀਂ ਕਰੂਗਾ ਇਨਰਸ਼ੀਆ, ਕਿਉਂਕਿ ਇਨਰਸ਼ੀਆ ਇਸ ਚੀਜ਼ ਨੂੰ ਅਪੋਜ਼ ਕਰਦਾ ਗਾ। ਇਨਰਸ਼ੀਆ ਕਹਿੰਦਾ ਬਾਈ ਜੇ ਤੁਸੀਂ ਖੜ੍ਹੇ ਹੋ ਤਾਂ ਖੜ੍ਹੇ ਰਹੋ, ਜੇ ਤੁਸੀਂ ਮੂਵ ਕਰ ਰਹੇ ਹੋ ਮੋਸ਼ਨ ਸਟੇਟ ਦੇ ਵਿੱਚੋਂ ਤਾਂ ਮੋਸ਼ਨ ਦੇ ਵਿੱਚ ਰਹੋ, ਯੂਨੀਫਾਰਮ ਮੋਸ਼ਨ ਦੇ ਵਿੱਚ ਰਹੋ। ਤਾਂ ਬੱਸ ਕੋਲੇ ਜ਼ਿਆਦਾ ਮਾਸ ਆ, ਜਿੰਨਾ ਜ਼ਿਆਦਾ ਮਾਸ ਉਨਾ ਜ਼ਿਆਦਾ ਇਨਰਸ਼ੀਆ। ਬੱਸ ਕੋਲੇ ਮਾਸ ਜ਼ਿਆਦਾ ਗਾ ਤਾਂ ਇਨਰਸ਼ੀਆ ਵੀ ਜ਼ਿਆਦਾ ਗਾ। ਤਾਂ ਕਰਕੇ ਜੇ ਇਨਰਸ਼ੀਆ ਜ਼ਿਆਦਾ ਗਾ ਤਾਂ ਉਸਦੀ ਸਟੇਟ ਚੇਂਜ ਕਰਨੀ ਔਖੀ ਆ, ਆਪਾਂ ਉਸ ਨੂੰ ਮੂਵ ਨਹੀਂ ਕਰਵਾ ਸਕਦੇ। ਐਂਡ ਸੈਕੰਡਲੀ ਜੋ ਸਾਈਕਲ ਆ, ਸਾਈਕਲ ਦਾ ਇਨਰਸ਼ੀਆ ਘੱਟ ਆ, ਉਸ ਨੂੰ ਆਪਾਂ ਈਜ਼ੀਲੀ ਮੂਵ ਕਰਵਾ ਸਕਦੇ ਹਾਂ, ਕਿਉਂਕਿ ਇਨਰਸ਼ੀਆ ਇੰਨਾ ਜ਼ਿਆਦਾ ਨਹੀਂ ਹੈਗਾ। ਤਾਂ ਆਪਾਂ ਉਸ 'ਤੇ ਫੋਰਸ ਲਗਾ ਕੇ ਉਸ ਨੂੰ ਮੂਵ ਕਰਵਾ ਸਕਦੇ ਹਾਂ, ਕਿਉਂਕਿ ਇਨਰਸ਼ੀਆ ਨਹੀਂ ਰੋਕਣਾ ਹੁੰਦਾ ਕਿਸੇ ਆਬਜੈਕਟ ਨੂੰ ਵੀ ਮੂਵ ਤੂੰ ਨਹੀਂ ਕਰਨਾ ਜਾਂ ਤੂੰ ਸਟਾਪ ਨਹੀਂ ਕਰਨਾ। ਐਂਡ ਦੂਸਰੇ ਪਾਸੇ ਹੋਰ ਐਗਜ਼ਾਮਪਲ ਲੈ ਲਓ, ਉਹੀ ਬੱਸ ਅਤੇ ਸਾਈਕਲ, ਇੱਕ ਵਾਰ ਚਲੋ ਮੈਂ ਮੂਵ ਕਰਵਾਤੇ ਕਿਸੇ ਨਾ ਕਿਸੇ ਲੋਟ ਨਾਲ, ਉਹ ਬੱਸ ਆ ਰਹੀ ਆ,
ਬੱਸ ਮੂਵ ਕਰਦੀ ਆ ਰਹੀ ਆ ਅਤੇ ਸਾਈਕਲ ਵੀ ਮੂਵ ਕਰਦਾ ਆ ਰਿਹਾ ਹੈਗਾ, ਅਤੇ ਮੈਂ ਕਹਾਂ ਵੀ ਆਪਾਂ ਦੋਨਾਂ ਨੂੰ ਰੋਕਣਾ ਹੈ, ਤਾਂ ਆਪਾਂ ਕਿਸ ਚੀਜ਼ ਨੂੰ ਈਜ਼ਲੀ ਰੋਕ ਸਕਦੇ ਹਾਂ? ਤਾਂ ਇਸ ਕੇਸ ਦੇ ਵਿੱਚ ਵੀ ਜਿਹੜਾ ਆਪਣਾ ਆਨਸਰ ਹੋਊਗਾ ਬਈ ਆਪਾਂ ਸਾਈਕਲ ਨੂੰ ਈਜ਼ਲੀ ਰੋਕ ਸਕਦੇ ਹਾਂ, ਬਟ ਬੱਸ ਨੂੰ ਨਹੀਂ ਰੋਕ ਸਕਦੇ। ਕਾਰਨ ਸੇਮ ਇੱਥੇ ਕਾਰਨ ਰਹੂਗਾ, ਕਿਉਂਕਿ ਦੋਨਾਂ ਦਾ ਇਨਰਸ਼ੀਆ, ਹੁਣ ਦੋਨੋਂ ਮੋਸ਼ਨ ਦੇ ਵਿੱਚ ਆ, ਤਾਂ ਉਹਨਾਂ ਦਾ ਇਨਰਸ਼ੀਆ ਉਹਨਾਂ ਨੂੰ ਮੋਸ਼ਨ ਦੇ ਵਿੱਚ ਰੱਖਣ ਦੀ ਹੀ ਕੋਸ਼ਿਸ਼ ਕਰੂਗਾ। ਉਹ ਇਨਰਸ਼ੀਆ ਉਹਨਾਂ ਨੂੰ ਅਲਾਉ ਨਹੀਂ ਕਰੂਗਾ ਵੀ ਤੁਸੀਂ ਰੈਸਟ ਪੋਜੀਸ਼ਨ ਦੇ ਵਿੱਚ ਆਓ, ਆਪਣੀ ਸਟੇਟ ਚੇਂਜ ਕਰੋ, ਠੀਕ ਹੈ ਨਾ। ਤਾਂ ਬੱਸ ਦਾ ਇਨਰਸ਼ੀਆ ਜ਼ਿਆਦਾ ਗਾ, ਤਾਂ ਉਸ ਦੀ ਟੈਂਡੈਂਸੀ ਜ਼ਿਆਦਾ ਗਈ ਕਿ ਉਹ ਮੋਸ਼ਨ ਦੇ ਵਿੱਚ ਰਹੇ, ਉਸ ਦਾ ਇਨਰਸ਼ੀਆ ਉਸ ਨੂੰ ਰੁਕਣ ਨਹੀਂ ਦੇਊਗਾ। ਜਦੋਂ ਕਿ ਸਾਈਕਲ ਦਾ ਇਨਰਸ਼ੀਆ ਘੱਟ ਆ, ਤਾਂ ਆਪਾਂ ਉਸ ਨੂੰ ਫੋਰਸ ਲਗਾ ਕੇ ਰੋਕ ਵੀ ਸਕਦੇ ਹਾਂ। ਆਪਾਂ ਬੱਸ ਨੂੰ ਵੀ ਰੋਕ ਸਕਦੇ ਹਾਂ, ਬਟ ਬੱਸ ਦੇ ਲਈ ਬਹੁਤ ਜ਼ਿਆਦਾ ਫੋਰਸ ਚਾਹੀਦੀ ਰੋਕਣ ਦੇ ਲਈ, ਬਟ ਸਾਈਕਲ ਨੂੰ ਰੋਕਣਾ ਸੌਖਾ ਹੁੰਦਾ ਗਾ। ਤਾਂ ਇਹ ਆਪਣੇ ਕੋਲ ਇਨਰਸ਼ੀਆ ਦੀ ਆਪਾਂ ਡੈਫੀਨੀਸ਼ਨ ਲਿਖੀਏ ਤਾਂ ਕਿਵੇਂ ਲਿਖ ਸਕਦੇ ਹਾਂ? ਇਨਰਸ਼ੀਆ ਦਾ ਟੈਂਡੈਂਸੀ, ਇਨਰਸ਼ੀਆ ਨੂੰ ਲਿਖਾਂਗੇ ਆਪਾਂ the tendency of the objects to resist or oppose the change in their state of rest or uniform motion is called inertia. Means the tendency of the object to resist or oppose. Resist ਤੇ oppose ਦਾ ਮਤਲਬ ਹੁੰਦਾ ਗਾ ਲਾਈਕ ਉਸਨੂੰ ਕਹਿ ਸਕਦੇ ਹਾਂ ਵੀ ਬਈ ਉਸਨੂੰ ਅਪੋਜ਼ ਕਰਨਾ, ਉਸਦਾ ਵਿਰੋਧ ਕਰਨਾ, ਹੈ ਨਾ। ਰਜਿਸਟ ਐਂਡ ਅਪੋਜ਼ ਟੂ ਦਾ ਚੇਂਜ ਦੇਅਰ ਸਟੇਟ ਆਫ ਰੈਸਟ ਔਰ ਯੂਨੀਫਾਰਮ ਮੋਸ਼ਨ ਇਜ਼ ਕਾਲਡ ਇਨਰਸ਼ੀਆ। ਉਸਨੂੰ ਆਪਾਂ ਇਨਰਸ਼ੀਆ ਬੋਲਦੇ ਹਾਂ। ਇਨਰਸ਼ੀਆ 3 ਟਾਈਪ ਦਾ ਹੁੰਦਾ, ਟਾਈਪਸ ਆਫ ਇਨਰਸ਼ੀਆ। ਜੋ 3 ਟਾਈਪ ਦਾ ਇਨਰਸ਼ੀਆ ਆਪਾਂ ਪੜ੍ਹਾਂਗੇ, ਫਸਟ ਇਜ਼ ਦਾ ਇਨਰਸ਼ੀਆ ਆਫ ਰੈਸਟ, second is the inertia of motion, and third one is the inertia of direction। 3 ਤਰ੍ਹਾਂ ਦਾ ਜਿਹੜਾ ਇਨਰਸ਼ੀਆ ਦਾ, ਇਨਰਸ਼ੀਆ ਆਫ ਰੈਸਟ, ਇਨਰਸ਼ੀਆ ਆਫ ਮੋਸ਼ਨ ਐਂਡ ਇਨਰਸ਼ੀਆ ਆਫ ਡਾਇਰੈਕਸ਼ਨ। ਇਹਨਾਂ ਡੈਫੀਨੇਸ਼ਨ ਲਿਖਾਂਗੇ ਤਾਂ ਕਰਕੇ ਸਪੇਸ ਛੱਡਤੀ ਆਪਾਂ। ਇਨਰਸ਼ੀਆ ਆਫ ਰੈਸਟ ਕੀ ਹੁੰਦਾ? ਤਾਂ ਇਨਰਸ਼ੀਆ ਆਫ ਰੈਸਟ ਦੇ ਵਿੱਚ ਮੈਂ ਕਹੂੰਗਾ, ਮੰਨ ਲਓ ਕੋਈ ਓਬਜੈਕਟ ਰੈਸਟ 'ਤੇ ਖੜ੍ਹਾ ਗਾ, ਹੈ ਨਾ, ਅਤੇ ਮੈਂ ਉਸ ਨੂੰ ਮੂਵ ਕਰਵਾਉਣਾ ਚਾਹੁੰਦਾ ਗਾ, ਬਟ ਉਸ ਦਾ ਇਨਰਸ਼ੀਆ ਉਸ ਨੂੰ ਅਲਾਓ ਨਹੀਂ ਕਰੂਗਾ ਮੂਵ ਹੋਣ ਦੇ ਲਈ। ਤਾਂ ਉਹ ਵਾਲੀ ਓਪੋਜੀਸ਼ਨ ਓਬਜੈਕਟ ਦੁਆਰਾ ਜੋ ਲਗਾਈ ਜਾ ਰਹੀ ਹੈ ਵੀ ਬਈ ਉਹ ਰੈਸਟ 'ਤੇ ਰਹੇ, ਦੈਟ ਓਪੋਜੀਸ਼ਨ ਇਜ਼ ਕਾਲਡ that opposition is called inertia of rest। तो इसकी डेफिनेशन कितना लिखांगे? तो डेफिनेशन आऊ the opposition offered by an object to change its state of rest is called inertia of rest। ठीक है भी। एंड इनर्शिया ऑफ मोशन ਦੇ ਵਿੱਚ ਕੀ ਲਿਖਾਂਗੇ? ਮੰਨ ਲਓ ਕੋਈ ਆਬਜੈਕਟ ਆ, ਉਹ ਮੂਵ ਕਰਦਾ ਜਾ ਰਿਹਾ ਹੈਗਾ, ਹੈ ਨਾ, ਆਬਜੈਕਟ ਮੋਸ਼ਨ ਦੇ ਵਿੱਚ ਆ, ਤਾਂ ਉਸ ਆਬਜੈਕਟ ਦੀ ਟੈਂਡੈਂਸੀ ਹੋਊਗੀ ਵੀ ਬਈ ਉਹ ਮੋਸ਼ਨ ਦੇ ਵਿੱਚ ਹੀ ਰਹੇ। ਆਬਜੈਕਟ ਕੋਲ ਇੱਕ ਪ੍ਰੋਪਰਟੀ ਹੋਊਗੀ ਬਈ ਉਹ ਮੋਸ਼ਨ ਦੇ ਵਿੱਚ ਹੀ ਰਹੇ, ਉਹ ਰੁਕੇ ਨਾ, ਹੈ ਨਾ। ਐਂਡ ਦੈਟ ਟੈਂਡੈਂਸੀ ਇਜ਼ ਕਾਲਡ ਇਨਰਸ਼ੀਆ ਆਫ ਮੋਸ਼ਨ। ਦ ਆਪੋਜੀਸ਼ਨ offered by an object to
change its state of uniform motion is called inertia of motion. And third one is the inertia of direction. ਇਹ ਕੀ ਹੁੰਦਾ inertia of direction? ਦੇਖੋ ਹਰ ਇੱਕ ਆਬਜੈਕਟ ਦੀ ਇੱਕ ਨੈਚੁਰਲ ਟੈਂਡੈਂਸੀ ਹੁੰਦੀ ਆ। ਮੰਨ ਲਓ ਤੁਹਾਡੇ ਕੋਲੇ ਕੋਈ ਕ੍ਰਿਕਟ ਬਾਲ ਆ, ਜੇ ਤੁਸੀਂ ਉਸ ਨੂੰ ਹਿੱਟ ਕਰਦੇ ਹੋ ਤਾਂ ਇੱਕ ਗੱਲ ਨੋਟ ਕਰਿਓ, ਉਸ ਨੂੰ ਗਰਾਊਂਡ ਦੇ ਉੱਪਰ ਤੁਸੀਂ ਲਾਈਕ ਮੂਵ ਕਰਵਾ ਰਹੇ ਹੋ ਗਰਾਊਂਡ ਦੇ ਉੱਪਰ, ਤਾਂ ਤੁਸੀਂ ਕੀ ਦੇਖੋਗੇ, ਜਿਹੜੀ ਉਹ ਕ੍ਰਿਕਟ ਬਾਲ ਆ ਨਾ ਉਹ ਹਮੇਸ਼ਾ ਹੀ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰੂਗੀ। ਹਮੇਸ਼ਾ ਹੀ ਹਰ ਇੱਕ ਆਬਜੈਕਟ ਦੀ ਨੈਚੁਰਲ ਟੈਂਡੈਂਸੀ ਹੁੰਦੀ ਆ ਵੀ ਬਾਈ ਉਹ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰੇ। ਇਹ ਨਹੀਂ ਹੋਊਗਾ ਵੀ ਮੈਂ ਇੱਥੋਂ ਕ੍ਰਿਕਟ ਬਾਲ ਨੂੰ ਮੂਵ ਕਰਵਾਤਾ ਅਤੇ ਵੀ ਉਹ ਐਂ ਕਰਦੀ ਜਾਵੇ, ਨੋ, ਉਹ ਹਮੇਸ਼ਾ ਸਟ੍ਰੇਟ ਲਾਈਨ ਜਾਊਗੀ। ਜਾਂ ਕਿਸੇ ਡਾਇਰੈਕਸ਼ਨ ਦੇ ਵਿੱਚ ਵੀ ਜਾ ਸਕਦੀ, ਇੱਧਰ ਵੀ ਜਾ ਸਕਦੀ ਹੈ, ਕਿੱਧਰ ਵੀ ਜਾ ਸਕਦੀ ਆ, ਬਟ ਜਾਊ ਹਮੇਸ਼ਾ ਸਟ੍ਰੇਟ ਲਾਈਨ, ਸਿੱਧੀ ਲਾਈਨ ਦੇ ਵਿੱਚ ਹੀ ਜਾਂਦੀ ਹੈ। ਠੀਕ ਆ। ਇਨਰਸ਼ੀਆ ਆਫ ਡਾਇਰੈਕਸ਼ਨ, ਇਹ ਇਨਰਸ਼ੀਆ ਆਫ ਡਾਇਰੈਕਸ਼ਨ ਦੀ ਵਜ੍ਹਾ ਕਰਕੇ, ਕਿਉਂਕਿ ਕੋਈ ਵੀ ਆਬਜੈਕਟ ਆਪਣੇ ਆਪ ਆਪਣੀ ਡਾਇਰੈਕਸ਼ਨ ਚੇਂਜ ਨਹੀਂ ਕਰ ਸਕਦਾ ਡੂਰਿੰਗ ਇਟਸ ਮੋਸ਼ਨ, ਆਪਣੀ ਡਾਇਰੈਕਸ਼ਨ ਚੇਂਜ ਨਹੀਂ ਕਰ ਸਕਦਾ, ਹਮੇਸ਼ਾ ਹੀ ਉਹ ਇੱਕੋ ਡਾਇਰੈਕਸ਼ਨ ਦੇ ਵਿੱਚ ਜਾਂਦਾ ਰਹੂਗਾ। ਬਟ ਜੇ ਆਪਾਂ ਉਸ ਦੀ ਡਾਇਰੈਕਸ਼ਨ ਚੇਂਜ ਕਰਵਾਉਣਾ ਚਾਹੁੰਦੇ ਹਾਂ, ਠੀਕ ਹੈ ਨਾ, ਤਾਂ ਉਸਦੀ ਜਦੋਂ ਆਪਾਂ ਡਾਇਰੈਕਸ਼ਨ ਚੇਂਜ ਕਰਵਾਵਾਂਗੇ ਤਾਂ ਉਸ ਚੀਜ਼ ਨੂੰ ਅਪੋਜ਼ ਕਰੂਗਾ ਵੀ ਨਹੀਂ, ਮੇਰੀ ਡਾਇਰੈਕਸ਼ਨ ਚੇਂਜ ਨਹੀਂ ਹੋਣੀ ਚਾਹੀਦੀ। ਤਾਂ ਕਰਕੇ ਤਾਂ ਆਪਾਂ ਨੂੰ ਉਸ ਦੀ ਡਾਇਰੈਕਸ਼ਨ ਚੇਂਜ ਕਰਨ ਦੇ ਲਈ ਉਸ 'ਤੇ ਫੋਰਸ ਲਗਾਉਣੀ ਪੈਂਦੀ ਹੈ, ਕਿਉਂਕਿ ਆਬਜੈਕਟ ਦੀ ਨੈਚੁਰਲ ਟੈਂਡੈਂਸੀ ਆ ਕਿ ਉਸ ਦੀ ਡਾਇਰੈਕਸ਼ਨ ਚੇਂਜ ਨਾ ਹੋਵੇ। ਤਾਂ ਉਹ ਟੈਂਡੈਂਸੀ ਨੂੰ ਬੋਲਦੇ ਇਨਰਸ਼ੀਆ ਆਫ ਡਾਇਰੈਕਸ਼ਨ। ਕੀ ਲਿਖਾਂਗੇ? ਦਾ ਆਪੋਜੀਸ਼ਨ ਆਫਰਡ ਬਾਈ ਐਨ ਆਬਜੈਕਟ ਟੂ ਚੇਂਜ ਇਟਸ ਡਾਇਰੈਕਸ਼ਨ ਬਾਈ ਇਟਸੈਲਫ, ਹੈ ਨਾ, ਆਪਣੇ ਆਪ। ਦਾ ਆਪੋਜੀਸ਼ਨ offered by an object to change its direction y itself is called inertia of direction, ਉਸ ਨੂੰ inertia of direction ਕਿਹਾ ਜਾਂਦਾ ਹੈਗਾ। ਤਾਂ ਇਹ ਸੀਗੇ ਆਪਣੇ ਕੋਲ ਇਨਰਸ਼ੀਆ ਦੇ ਟਾਈਪਸ ਐਂਡ ਇਨਰਸ਼ੀਆ ਕੀ ਹੁੰਦਾ, ਐਂਡ ਇਨਰਸ਼ੀਆ ਦੇ ਟਾਈਪਸ। ਐਂਡ ਆਫਟਰ ਦੈਟ ਆਪਾਂ ਗੱਲ ਕਰਨ ਲੱਗੇ ਹਾਂ ਮੋਮੈਂਟਮ ਦੀ। ਮੋਮੈਂਟਮ ਕੀ ਹੁੰਦਾ ਹੈਗਾ? ਵਾਟ ਇਜ਼ ਮੋਮੈਂਟਮ? Now, ਮੋਮੈਂਟਮ ਇੱਕ ਨਵੀਂ ਟਰਮ ਆ। ਇਸ ਨੂੰ ਇੰਟਰੋਡਿਊਸ ਕਿਉਂ ਕਰਨਾ ਪਿਆ, ਇਸ ਦਾ ਵੀ ਕੋਈ ਸਾਇੰਟੀਫਿਕ ਰੀਜ਼ਨ ਆ। ਠੀਕ ਆ। ਤਾਂ ਮੋਮੈਂਟਮ ਕੀ ਹੁੰਦਾ? ਦਾ ਪ੍ਰੋਡਕਟ ਆਫ ਮਾਸ ਐਂਡ velocity of an object is called its momentum. The product of mass and velocity of an object is called its momentum. देखो, it is denoted by P ਨਾਲ ਇਸ ਨੂੰ ਡਿਨੋਟ ਕਰਾਂਗੇ ਤਾਂ P ਕਿਸ ਦੇ ਕੋਲ ਹੁੰਦਾ? P ਹੁੰਦਾ ਮਾਸ ਮਲਟੀਪਲਾਈ ਵੈਲੋਸਿਟੀ। ਮਾਸ ਤੇ ਵੈਲੋਸਿਟੀ ਦੀ ਪ੍ਰੋਡਕਟ ਲੈ ਲਓ, ਜੋ ਆਨਸਰ ਆਊਗਾ ਉਹ ਆਬਜੈਕਟ ਦਾ ਮੋਮੈਂਟਮ ਹੋਊਗਾ। ਫੋਰ ਐਗਜ਼ਾਮਪਲ, ਮੈਂ ਦੀ ਐਗਜ਼ਾਮਪਲ ਦਿੰਦਾ ਨਾ, ਐਨ ਆਬਜੈਕਟ ਆਫ ਮਾਸ 5 kg moving with the velocity of 10 meter per second, find its momentum. कोई ऑब्जेक्ट आ जिसका मास 5 किलोग्राम आ एंड मूव कर रहा है 10 मीटर पर सैकेंड की स्पीड ते फाइंड इट्स मोमेंटम। तो मोमेंटम बड़ा सौखा ऑब्जेक्ट का फाइंड आउट करना, चक के उसके मास नूं ते वेलोसिटी नूं मल्टीप्लाई करांगे। 5 × 10, mass is 5, velocity is 10, the answer is 50। and the units of the momentum ਦੇ ਜੋ units ਨੇ ਉਹ ਆਉਣਗੀਆਂ ਕਿਲੋਗ੍ਰਾਮ, mass ਦੀ unit ਕਿਲੋਗ੍ਰਾਮ ਐਂਡ velocity ਦੀ unit ਮੀਟਰ ਪਰ ਸੈਕਿੰਡ।
किलोग्राम मीटर पर सैकेंड इसनूं बोलिया जाता। देखो किलोग्राम, kg फॉर किलोग्राम, m फॉर मास, सॉरी नॉट मास, kg, दैट m फॉर मीटर, दिस इज द यूनिट ऑफ द डिस्टेंस मीटर, एंड इसनूं बोलिया जाता पर सैकेंड। तो किलोग्राम मीटर पर सैकेंड इत्थे मैं लिख भी दूंगा। SI यूनिट ऑफ मोमेंटम, मोमेंटम दी जो SI यूनिट आ वो अपने कोले किलोग्राम मीटर पर सैकेंड। ठीक है भी। तो ये सीगा अपने कोले मोमेंटम का कंसैप्ट। मोमेंटम बारे आपां नूं पता होना चाहिए। द प्रोडक्ट ऑफ द मास एंड वेलोसिटी ऑफ द ऑब्जेक्ट इज कॉल्ड मोमेंटम। इसकी यूनिट होंदी है किलोग्राम मीटर पर सैकेंड। इनर्शिया बारे भी हो गया। ठीक है ना। इस तो नैक्सट अपने कोले बाई न्यूटन्स लॉ ऑफ मोशन। तो न्यूटन्स लॉ ऑफ मोशन ते आपां बिल्कुल एक अलग तो जिहड़ा वीडियो तैयार करांगे तीनों लॉज दे उपर। तो अज दे लई सिर्फ तुसीं इन्हां टर्म्स नूं चंगी तरह रीड करो, इनर्शिया नूं चंगी तरह रीड करो, वीडियो नूं 2 बार देख लो। ठीक है ना। जिन्नियां भी वीडियोज़ तुहाडीआं 9th क्लास दीआं आपां इसदा एक प्लेलिस्ट आपां तैयार कर देंगे एक्सट्रा 9th क्लास दी। तो उसदे विच चैप्टर वाइज सारियां वीडियो सीरीयल ऑर्डर दे विच आपां अपलोड करांगे। तो तुसीं बार वीडियो देख के है ना, तो जे तुहानूं नहीं समझ आउंदा तो वीडियो नूं 2 बार देख लो, 3 बार देख लो, एंड अगेन वीडियो नूं वॉच करो, देखो, तो तुहानूं समझ आ जाऊ अपने आप सारा कुछ। ठीक है ना। तो एंड एक चैनल नूं सबसक्राइब जरूर कर दो, तो दूसरिਆਂ तो भी सबसक्राइब करवा दो सारा चैनल। ठीक है ना। तो जी लॉज ऑफ मोशन की वीडियो आ, तीनों लॉज न्यूटन्स दे, वो नैक्सट वीडियो जल्दी अपलोड कर दूँगा। हो सकता अज ही अपलोड करदा, तो नहीं फिर कल मॉर्निंग तक ये वीडियो अपने को अपलोड हो जूगी। ओके, थैंक यू।